ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਕਿ ਬੀਜੇਪੀ ਦੀ ਸਰਕਾਰ ਹੈ ਜੀ ਦਿੱਲੀ ਵਿੱਚ, ਯਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਲੀ ਸਰਕਾਰ, ਜਿਸ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਹਨ, ਉਹਨਾਂ ਤੋਂ ਉਹਨਾਂ ਦੇ ਸਾਰੇ ਅਧਿਕਾਰ ਖੋਲੇ ਹਨ। ਇੱਕ ਨਵਾਂ ਬਿੱਲ ਪਾਸ ਕੀਤਾ, ਨੈਸ਼ਨਲ ਕੈਪੀਟਲ ਆਫ ਦਿੱਲੀ ਅਮੈਂਡਮੈਂਟ ਬਿੱਲ 2023। ਉਸ ਦੇ ਅਧੀਨ ਇੱਕ ਦਿੱਲੀ ਸਰਵਿਸਿਜ਼ ਐਕਟ ਬਣਾਇਆ 2023, ਜਿਹਦੇ ਵਿੱਚ ਉਹਨਾਂ ਨੇ ਜੋ ਅਪਾਇੰਟਮੈਂਟ, ਪੋਸਟਿੰਗ, ਟਰਾਂਸਫਰਸ ਅਫਸਰਾਂ ਦੀਆਂ ਜੋ ਹਨ, ਪੀਐਨ ਤੋਂ ਲੈ ਕੇ ਚੀਫ ਸੈਕਟਰੀ ਤੱਕ, ਉਹ ਸਾਰੀਆਂ ਲੈਫਟੀਨੈਂਟ ਜਨਰਲ ਕਰੇਗਾ। ਉਸ ਨੂੰ ਉਸ ਦੀ ਅਖਤਿਆਰ ਦੇ ਦਿੱਤੇ ਹਨ, ਇਸ ਬਿੱਲ ਰਾਹੀਂ ਉਹਨੂੰ ਅਥਾਰਟੀ ਦੇ ਦਿੱਤੀ ਹੈ। ਸੋ ਹੁਣ ਬਿਨਾਂ ਸ਼ਕਤੀ ਦੇ ਦਿੱਲੀ ਸਰਕਾਰ ਲੈਫਟੀਨੈਂਟ ਜਨਰਲ ਵੱਲ ਦੇਖਦੀ ਰਹੂਗੀ ਕਿ ਵੀ ਉਹ ਕਿਹੜੇ ਇੰਪਲਾਈ ਨੂੰ ਕਿੱਥੇ ਟਰਾਂਸਫਰ ਕਰਦੀ ਹੈ, ਕਿਹੜੇ ਅਫਸਰ ਨੂੰ ਕਿੱਥੇ ਲਾਉਂਦੀ ਹੈ, ਚੀਫ ਸੈਕਟਰੀ ਕਿਹਨੂੰ ਲਾਉਂਦੀ ਹੈ ਅਤੇ ਕਿਹੜੇ ਅਫਸਰ ਨੂੰ ਹੋਮ ਸੈਕਟਰੀ ਲਾਉਂਦੀ ਹੈ। ਸੋ ਅਜਿਹਾ ਪੁੱਠਾ ਕੰਮ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਦੇਸ਼ ਦੀ ਨੇ। ਇਹਦੇ ਵਿੱਚ ਦੇਖਣ 'ਚ ਇਹ ਆਇਆ ਕਿ ਜੇਕਰ ਸਰਕਾਰ ਆਪਣੇ ਇੰਪਲਾਈਜ਼ ਉੱਪਰ ਕੋਈ ਐਕਸ਼ਨ ਹੀ ਨਹੀਂ ਲੈ ਸਕਦੀ, ਉਹਨਾਂ ਦੀ ਜਵਾਬਦੇਹੀ ਨਹੀਂ ਕਰ ਸਕਦੀ, ਉਹਨਾਂ ਦੀ ਪੋਸਟਿੰਗ ਨਹੀਂ ਕਰ ਸਕਦੀ, ਤਾਂ ਉਹ ਸਰਕਾਰ ਫਿਰ ਕੀ ਸਰਕਾਰ ਹੋਏਗੀ ਕਿ ਜੇਕਰ ਅਫਸਰ ਤਾਂ ਉਹਨਾਂ ਦੇ ਦਿੱਲੀ ਸਟੇਟ ਦੇ ਚੀਫ ਮਿਨਿਸਟਰ ਅਤੇ ਹੋਰ ਮਿਨਿਸਟਰਾਂ 'ਤੇ ਹਾਵੀ ਹੋ ਜਾਣਗੇ, ਕਿਉਂਕਿ ਉਹਨਾਂ ਕੋਲ ਉਹਨਾਂ ਨੂੰ ਉੱਪਰ ਕੋਈ ਐਕਸ਼ਨ ਲੈਣ ਦਾ ਕੋਈ ਅਧਿਕਾਰ ਹੀ ਨਹੀਂ। ਸੋ ਹੁਣ ਇਸ ਅਮੈਂਡਮੈਂਟ ਬਿੱਲ ਨਾਲ ਜੋ ਲੈਫਟੀਨੈਂਟ ਜਨਰਲ ਹੈ, ਜਿਹੜਾ ਕਿ ਬੀਜੇਪੀ ਨੋਮੀਨੇਟ ਕਰਦੀ ਹੈ ਅਤੇ ਹੋਮ ਮਿਨਿਸਟਰੀ ਤੋਂ ਨੋਮੀਨੇਟ ਹੋ ਕੇ ਦੇਸ਼ ਦੇ ਰਾਸ਼ਟਰਪਤੀ ਉਸ ਦੀ ਨਿਯੁਕਤੀ ਕਰ ਦਿੰਦੇ ਹਨ, ਉਹ ਹੁਣ ਦਿੱਲੀ ਦਾ ਸੁਪਰ ਬਾਸ ਬਣ ਕੇ ਰਹੇਗਾ। ਸੋ ਚੀਫ ਮਿਨਿਸਟਰ ਅਤੇ ਉਸ ਦੀ ਕੈਬਨਿਟ ਇਸ ਸੁਪਰ ਬਾਸ ਦੇ ਅਧੀਨ ਕੰਮ ਕਰੇਗੀ, ਕਿਉਂਕਿ ਕੋਈ ਵੀ ਫਾਈਲ ਸਿੱਧੀ ਜੋ ਲੈਫਟੀਨੈਂਟ ਗਵਰਨਰ ਹੈ ਉਹ ਮੰਗਵਾ ਸਕਦਾ, ਉਹਦੇ 'ਤੇ ਦੇਖ ਸਕਦਾ, ਉਸ ਨੂੰ ਗੌਰਮੈਂਟ ਦੇ ਕਿਸੇ ਫੈਸਲੇ ਨੂੰ ਵੀ ਰਿਜੈਕਟ ਕਰ ਸਕਦਾ। ਸੋ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੋ ਹੋਇਆ ਫੈਸਲਾ, ਨਿਚੋੜ ਇਹ ਨਿਕਲਿਆ ਕਿ ਜੋ ਦੇਸ਼ ਦਾ ਫੈਡਰਲ ਢਾਂਚਾ ਹੈ ਉਸ ਉੱਪਰ ਬੜੀ ਵੱਡੀ ਸੱਟ ਵੱਜੀ ਹੈ, ਔਰ ਇਸ ਨਾਲ ਜਿਹੜੇ ਸਟੇਟਾਂ ਦੇ ਹੱਕ ਹਨ, ਅਧਿਕਾਰ ਹਨ, ਉਹਨਾਂ ਨੂੰ ਖੋਇਆ ਗਿਆ। ਕੀ ਇਹ ਸ਼ੁਰੂਆਤ ਹੈ? ਜੇਕਰ ਨਰਿੰਦਰ ਮੋਦੀ 2024 ਦੀਆਂ ਚੋਣਾਂ ਜਿੱਤ ਜਾਂਦੇ ਹਨ ਤਾਂ ਇਹ ਇੱਕ ਨਵੀਂ ਦਿਸ਼ਾ ਹੈ, ਜਿਸ ਵਿੱਚ ਕਿ ਸਾਰੇ ਅਧਿਕਾਰ ਜੋ ਹਨ ਉਹ ਹੋਮ ਮਿਨਿਸਟਰ, ਗ੍ਰਹਿ ਮੰਤਰੀ ਕੇਂਦਰ ਦਾ ਜਾਂ ਪ੍ਰਾਈਮ ਮਿਨਿਸਟਰ ਦੇ ਅਧੀਨ ਹੋ ਜਾਣਗੇ, ਕਿਉਂਕਿ ਕਈ ਸਟੇਟਾਂ ਵਿੱਚ ਫਿਰ ਉਹ ਇਸ ਤਰ੍ਹਾਂ ਦੇ ਕਾਨੂੰਨ ਪਾਸ ਕਰ ਸਕਦੇ ਹਨ ਜੇ ਉਹਨਾਂ ਕੋਲ ਮੈਜੋਰਟੀ ਹੋਵੇ। ਜਿਵੇਂ ਕਿ ਹੁਣ ਉਹਨਾਂ ਕੋਲ 303 ਮੈਂਬਰ ਪਾਰਲੀਮੈਂਟ ਸੀਗੇ, ਇਸ ਲਈ ਪਾਰਲੀਮੈਂਟ 'ਚ ਤਾਂ ਬੜਾ ਸੌਖਾ ਪਾਸ ਹੋ ਗਿਆ ਇਹ ਦਿੱਲੀ ਸਰਵਿਸਿਜ਼ ਬਿੱਲ। ਰਾਜ ਸਭਾ ਵਿੱਚ ਉਹਨਾਂ ਨੂੰ ਥੋੜ੍ਹੀ ਜੋ ਸੀਗੀ ਪ੍ਰੋਬਲਮ ਉਹ ਵੀ ਸੋਲਵ ਹੋ ਗਈ, ਕਿਉਂਕਿ ਜਿਹੜੇ ਰਾਜ ਸਭਾ ਦੇ ਕਈ ਸਟੇਟਾਂ ਦੇ ਚੀਫ ਮਿਨਿਸਟਰ ਸੀਗੇ ਜਿਨ੍ਹਾਂ ਨੂੰ ਇਹ ਡਰ ਸੀ ਕਿ ਉਹਨਾਂ ਨੂੰ ਈਡੀ ਜਾਂ ਇਨਕਮ ਟੈਕਸ ਜਾਂ NIA ਉਹਨਾਂ 'ਤੇ ਕੇਸ ਨਾ ਰਜਿਸਟਰ ਕਰਦੇ, ਉਹਨਾਂ ਨੇ ਵੀ ਮੈਂਬਰਾਂ ਨੇ ਵੋਟਾਂ ਇਸ ਬਿੱਲ ਦੇ ਹੱਕ ਵਿੱਚ ਪਾਈਆਂ। ਇਹ ਬਿੱਲ 132 ਵੋਟਾਂ ਨਾਲ ਪਾਸ ਹੋਇਆ, ਇਹਦੇ ਵਿਰੋਧ ਵਿੱਚ 102 ਵੋਟਾਂ ਪੈ ਗਈਆਂ। ਹੁਣ ਇਹ ਜਦੋਂ ਬਹਿਸ ਚੱਲ ਰਹੀ ਸੀ ਤਾਂ ਮੈਂ ਤੁਹਾਨੂੰ ਇੱਥੇ ਖਾਸ ਤੌਰ 'ਤੇ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਮੈਂਬਰ ਪਾਰਲੀਮੈਂਟ, ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਨੇਤਾ ਹਰਸਿਮਰਤ ਕੌਰ, ਉਸ ਨੇ ਪਾਰਲੀਮੈਂਟ ਵਿੱਚ ਕਿਹਾ ਕਿ ਇਸ ਵਿੱਚ
ਫੈਡਰਲ ਢਾਂਚੇ ਨੂੰ ਸੱਟ ਮਾਰੀ ਗਈ ਹੈ ਤੇ ਉਸ ਨੇ ਜਿੱਥੇ ਕੇਜਰੀਵਾਲ ਨੂੰ ਦੋਵੇਂ ਹੱਥੀ ਲਿਆ, ਉਹਦੀ ਆਲੋਚਨਾ ਵੀ ਕੀਤੀ, ਉਹਦੇ ਕੰਮਕਾਰ ਦੀ ਵੀ ਆਲੋਚਨਾ ਕੀਤੀ। ਉਹਦਾ ਕਾਰਨ ਤੇ ਸਮਝ ਆਉਂਦਾ ਹੈ, ਪਰ ਉਸ ਦੇ ਬਾਵਜੂਦ ਉਸ ਨੇ ਇਸ ਜੋ ਬਿੱਲ ਬੀਜੇਪੀ ਸਰਕਾਰ ਲੈ ਕੇ ਆਈ, ਜਿਹੜੀ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਲੈ ਕੇ ਆਏ, ਉਸ ਬਿੱਲ ਨੂੰ ਕ੍ਰਿਟੀਸਾਈਜ਼ ਕੀਤਾ ਇਸ ਕਾਰਜ ਨੂੰ ਅਤੇ ਕਿਹਾ ਇਹ ਫੈਡਰਲ ਢਾਂਚੇ ਦੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਲਈ ਉਹਨਾਂ ਦੀ ਪਾਰਟੀ ਦੀਆਂ 2 ਵੋਟਾਂ ਸੀਗੀਆਂ, ਇੱਕ ਸੁਖਬੀਰ ਬਾਦਲ ਦੀ ਤੇ ਇੱਕ ਹਰਸਿਮਰਤ ਕੌਰ ਦੀ। ਉਹ ਵੋਟਾਂ ਇਹਨਾਂ ਨੇ ਪਾਰਲੀਮੈਂਟ ਵਿੱਚ ਇਸ ਬਿੱਲ ਦੇ ਵਿਰੋਧ ਵਿੱਚ ਪਾਈਆਂ। ਰਾਜ ਸਭਾ 'ਚੋਂ ਵੀ ਬੜਾ ਸੌਖੇ ਢੰਗ ਨਾਲ ਇਹ ਪਾਸ ਹੋ ਗਿਆ, ਪਰ ਇਸ ਦੇ ਜੋ ਸਿੱਟੇ ਨਿਕਲਣਗੇ ਉਹ ਬੜੇ ਮਾੜੇ ਨਿਕਲਣਗੇ, ਸਮਾਂ ਦੱਸੇਗਾ। ਇਹਦਾ ਕਾਰਨ ਕੀ ਹੈ ਕਿ ਬੀਜੇਪੀ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਜਿਹਾ ਕਿਉਂ ਕੀਤਾ ਹੈ? ਇੱਥੇ ਦੱਸਣਾ ਚਾਹਾਂਗੇ ਕਿ ਪਿਛਲੇ 25 ਸਾਲ ਤੋਂ ਬੀਜੇਪੀ ਬੜਾ ਯਤਨ ਕਰ ਰਹੀ ਹੈ ਕਿ ਉਸ ਦੀ ਦਿੱਲੀ ਸਟੇਟ ਵਿੱਚ ਸਰਕਾਰ ਹੋਵੇ, ਪਰ ਉਹ ਜਿੱਤ ਨਹੀਂ ਪਾ ਰਹੀ। ਪਹਿਲੇ ਉਹਨਾਂ ਨੂੰ ਸ਼ੀਲਾ ਦੀਕਸ਼ਤ ਨੇ 3 ਟਰਮਾਂ ਹਰਾਇਆ ਬੀਜੇਪੀ ਨੂੰ ਅਤੇ ਉਹ ਦੇਖਦੇ ਰਹੇ। ਉਸਨੇ 3 ਟਰਮਾਂ ਰਾਜ ਕੀਤਾ। ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਆ ਗਏ, ਆਮ ਆਦਮੀ ਪਾਰਟੀ। ਉਹ ਹੁਣ ਤੀਜੀ ਵਾਰੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਯਾਨੀ ਕਿ 2013 'ਚ, ਫਿਰ 2015 ਅਤੇ ਹੁਣ 2020 ਵਿੱਚ। ਅਤੇ ਇਸ ਤੋਂ ਬਾਅਦ ਉਹਨਾਂ ਨੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਚੋਣਾਂ ਹੋਈਆਂ ਦਿੱਲੀ ਦੀਆਂ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਤਕੜੀ ਜਿੱਤ ਪ੍ਰਾਪਤ ਕੀਤੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਪਛਾੜ ਕੇ ਰੱਖ ਦਿੱਤਾ। ਇਸ ਗੱਲ ਤੋਂ ਉਹ ਬੜੇ ਬਜਿੱਤ ਸੀ ਕਿ ਕੇਜਰੀਵਾਲ ਨੂੰ ਕਿਵੇਂ ਨਾ ਕਿਵੇਂ ਅੱਗੇ ਵਧਣ ਤੋਂ ਰੋਕਿਆ ਜਾਏ। ਔਰ ਕੇਜਰੀਵਾਲ ਵੀ ਆਪਣੀ ਪਾਰਟੀ ਦੇ ਜਿਹੜੇ ਪੈਰ ਸੀ ਉਹ ਪਸਾਰ ਕੇ ਸਾਰੇ ਦੇਸ਼ ਵਿੱਚ ਫੈਲਾਉਣਾ ਚਾਹੁੰਦਾ ਸੀ। ਗੁਜਰਾਤ ਵਿੱਚ, ਹਰਿਆਣਾ ਵਿੱਚ ਅਤੇ ਹੋਰ ਪ੍ਰਾਂਤਾਂ ਵਿੱਚ ਉਹਨੇ ਕਰਨਾਟਕਾ ਵਿੱਚ ਵੀ ਚੋਣ ਲੜੀ ਅਤੇ ਉਸ ਦੀ ਪਾਰਟੀ ਉਹ ਨੈਸ਼ਨਲ ਪਾਰਟੀ ਡਿਕਲੇਅਰ ਹੋ ਗਈ, ਜਦ ਕਿ ਤ੍ਰਿਣਮੂਲ ਕਾਂਗਰਸ ਅਤੇ ਹੋਰ ਕਈ ਅਨੇਕ ਪਾਰਟੀਆਂ ਜਿਹੜੀਆਂ ਉਹ ਰੀਜਨਲ ਪਾਰਟੀਆਂ ਹੀ ਬਣ ਕੇ ਰਹਿ ਗਈਆਂ। ਹੁਣ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਹੈ ਕਿ ਜਿਹੜੀ ਗੱਲ ਜਿਹੜੀ ਹੈ ਕਿ ਸੁਪਰੀਮ ਕੋਰਟ ਨੇ ਇਸ ਜੋ ਆਰਡੀਨੈਂਸ ਔਰ ਜਿਹੜਾ ਲੈਫਟੀਨੈਂਟ ਗਵਰਨਰ ਨੂੰ ਹੋਮ ਮਿਨਿਸਟਰੀ ਨੇ ਪਾਵਰ ਦਿੱਤੀਆਂ ਸੀ, ਉਸ ਨੂੰ ਉਹਨਾਂ ਨੇ ਚੈਲੰਜ ਕਰਤਾ। ਤੋ ਗਵਰਨਮੈਂਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਅਤੇ ਉਹਨਾਂ ਨੇ ਇਹ ਗੱਲ 'ਤੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਵੀ ਲੋਕਾਂ ਦੀ ਚੁਣੀ ਹੋਈ ਸਰਕਾਰ ਨੂੰ ਹੀ ਲੋਕਾਂ ਦੇ ਹੱਕ ਵਿੱਚ ਫੈਸਲੇ ਲੈਣ ਦਾ ਅਧਿਕਾਰ ਹੈ, ਲੈਫਟੀਨੈਂਟ ਗਵਰਨਰ ਨੂੰ ਨਹੀਂ। ਪਰ ਇਹ ਗੱਲ ਬਰਦਾਸ਼ਤ ਨਹੀਂ ਹੋਈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ। 11 ਮਈ ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ 'ਚ, ਅਤੇ 5 ਦਿਨ ਬਾਅਦ ਹੀ ਉਹਨਾਂ ਨੇ ਆਰਡੀਨੈਂਸ ਇਸ਼ੂ ਕਰ ਦਿੱਤਾ ਅਤੇ ਆਰਡੀਨੈਂਸ ਇਸ਼ੂ ਕਰਕੇ ਉਹਨਾਂ ਨੇ ਇਹ ਸਾਰੀਆਂ ਸ਼ਕਤੀਆਂ ਮੁੜ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੀਆਂ। ਹੁਣ ਇਸ ਦਾ ਕੇਸ ਹਲੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ, ਜਿਹੜਾ ਕਿ ਚੈਲੰਜ ਕੀਤਾ ਹੋਇਆ ਆਮ ਆਦਮੀ ਪਾਰਟੀ ਨੇ। ਪਰ ਉਸ ਤੋਂ ਪਹਿਲੇ ਇਹ ਜੋ ਮੌਨਸੂਨ ਸੈਸ਼ਨ ਚੱਲ ਰਿਹਾ ਹੈ, ਇਹਦੇ ਵਿੱਚ ਕੱਲ੍ਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਇਸ ਅਮੈਂਡਮੈਂਟ ਕਰਕੇ ਦਿੱਲੀ ਸਰਵਿਸਿਜ਼ ਬਿੱਲ ਪਾਸ ਕਰਾਇਆ, ਜਿਸ ਰਾਹੀਂ ਮੁੜ ਸਾਰੀਆਂ ਪਾਵਰ ਜਿਹੜੀਆਂ ਉਹ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੀਆਂ ਗਈਆਂ, ਜੋ ਕਿ ਇਲੈਕਟਿਡ ਨਹੀਂ, ਨਾਮੀਨੇਟਿਡ ਹੈ, ਗਵਰਨਮੈਂਟ ਆਫ ਇੰਡੀਆ ਦਾ ਅਪੁਆਇੰਟਿਡ ਹੈ। ਔਰ ਇੱਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਜਿੱਥੇ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਹੈ, ਉੱਥੇ RJD ਦੇ ਰਾਜ ਸਭਾ ਦੇ ਮੈਂਬਰ ਹਨ ਮਨੋਜ ਝਾ। ਉਹਨਾਂ ਨੇ ਤਾਂ ਬੜੀ ਕਮਾਲ ਦੀ ਗੱਲ ਕਹੀ ਰਾਜ ਸਭਾ 'ਚ। ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਕਿੰਨੀ ਕੁ ਤਾਕਤ ਚਾਹੀਦੀ ਹੈ? 300 ਤੁਹਾਡੇ ਕੋਲ
3 ਸੀਟਾਂ ਹਨ ਪਾਰਲੀਮੈਂਟ 'ਚ, ਕਈ ਸਟੇਟਾਂ ਵਿੱਚ ਤੁਹਾਡੀ ਸਰਕਾਰ ਹੈ, ਦੇਸ਼ ਵਿੱਚ ਤੁਹਾਡੀ ਸਰਕਾਰ ਹੈ, ਕਈ ਯੂਨੀਅਨ ਟੈਰੀਟਰੀ ਤੁਸੀਂ ਸਿੱਧੀਆਂ ਰੂਲ ਕਰ ਰਹੇ ਹੋ, ਤੇ ਤੁਹਾਨੂੰ ਹੁਣ ਹੋਰ ਕਿੰਨੀ ਕੁ ਤਾਕਤ ਚਾਹੀਦੀ ਹੈ। ਔਰ ਉਸਨੇ ਜੋ ਹਾਊਸ ਇੱਕ ਐਗਜ਼ਾਮਪਲ ਦਿੱਤੀ ਕਿ ਹਾਥੀ ਨੇ ਚੂਹੇ ਦੀ ਪੂਛ ਤੇ ਪੈਰ ਰੱਖ ਦਿੱਤਾ ਤੇ ਮਜ਼ਾਕ ਉਡਾਇਆ, ਉਹਨੇ ਖਿੱਲੀ ਉਡਾਈ ਦੇਸ਼ ਦੇ ਪ੍ਰਧਾਨ ਮੰਤਰੀ ਦੀ, ਹੋਮ ਮਿਨਿਸਟਰ ਦੀ। ਸੋ ਸ਼ਾਹ ਜੀ ਨੇ ਵੀ ਇਸ ਉੱਪਰ ਜੋ 8-9 ਮਿੰਟ ਬੋਲੇ ਔਰ ਉਹਨਾਂ ਨੇ ਬੜੇ ਤਿੱਖੇ ਵਾਰ ਕੀਤੇ ਬੀਜੇਪੀ ਤੇ, ਪ੍ਰਾਈਮ ਮਿਨਿਸਟਰ ਤੇ, ਹੋਮ ਮਿਨਿਸਟਰ ਤੇ, ਅਤੇ ਇਸ ਬਿੱਲ ਦਾ ਵਿਰੋਧ ਕੀਤਾ। ਪਰ ਦੇਖਣ ਵਿੱਚ ਇਹ ਆਇਆ ਹੈ ਕਿ ਬੀਜੇਪੀ ਨੂੰ ਤੇ ਖਾਸ ਕਰਕੇ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਨੂੰ ਇਸ ਵਿੱਚ ਕੋਈ ਅਜਿਹੀ ਸ਼ਰਮ ਨਹੀਂ ਲੱਗਦੀ ਕਿ ਉਹ ਕਿਸ ਤਰ੍ਹਾਂ ਆਪਣੇ ਪੈਰ ਪਸਾਰ ਰਹੇ ਹਨ। ਦਿੱਲੀ ਨੂੰ ਇਨਡਾਇਰੈਕਟਲੀ ਕੰਟਰੋਲ ਕਰਨ ਲਈ, ਉੱਤੇ ਰਾਜ ਕਰਨ ਲਈ ਉਹਨਾਂ ਨੇ ਇਹ ਨਵਾਂ ਜੋ ਦਿੱਲੀ ਸਰਵਿਸਿਜ਼ ਬਿੱਲ ਪਾਸ ਕੀਤਾ ਹੈ 2023, ਉਸ ਨਾਲ ਉਹ ਦਿੱਲੀ ਤੇ ਰਾਜ ਕਰਨਗੇ। ਔਰ ਜੋ ਕੇਜਰੀਵਾਲ ਨੇ ਗੱਲ ਕਹੀ ਹੈ ਉਹ ਇਹ ਹੈ ਕਿ ਬਈ ਇਹ ਦਿੱਲੀ ਸਰਕਾਰ ਵੱਲੋਂ ਜੋ ਚੰਗੇ ਕੰਮ ਕੀਤੇ ਜਾ ਰਹੇ ਹਨ, ਸਿਹਤ ਦੇ ਖੇਤਰ ਵਿੱਚ, ਹੈਲਥ ਦੇ ਖੇਤਰ ਵਿੱਚ ਨਵੇਂ ਮੁਹੱਲਾ ਕਲੀਨਿਕ ਖੋਲ੍ਹੇ ਹਨ, ਅਤੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਸਕੂਲ ਉਹਨਾਂ ਨੇ ਸਥਾਪਿਤ ਕੀਤੇ ਹਨ, ਇਹ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਇੱਥੋਂ ਤੱਕ ਕਿ ਉਹਨਾਂ ਨੇ ਜੋ ਸਕੂਲਾਂ ਦੇ ਵਿੱਚ ਜੋ ਬਿਹਤਰ ਸਿੱਖਿਆ ਦੇਣ ਦੇ ਵਸੀਲੇ ਪੈਦਾ ਕੀਤੇ ਹਨ, ਉਸ ਦਾ ਨੋਟਿਸ ਅਮਰੀਕਾ ਦੀ ਬਹੁਤ ਵੱਡੀ ਅਖਬਾਰ ਨਿਊਯਾਰਕ ਟਾਈਮ ਨੇ ਵੀ ਉਹਦਾ ਨੋਟਿਸ ਲਿਆ ਅਤੇ ਆਪਣੇ ਇੱਕ ਲੀਡ ਆਰਟੀਕਲ ਵਿੱਚ ਉਹਦੇ ਬਾਰੇ ਜ਼ਿਕਰ ਕੀਤਾ। ਇਹ ਸਾਰੀਆਂ ਚੀਜ਼ਾਂ ਦਾ ਸਾੜਾ ਪ੍ਰਾਈਮ ਮਿਨਿਸਟਰ ਮੋਦੀ ਸਰਕਾਰ ਨੂੰ ਹੈ, ਕਿਉਂਕਿ ਮੋਦੀ ਸਰਕਾਰ ਉੱਪਰ ਤਾਂ ਇੱਕ ਵੀ ਆਰਟੀਕਲ ਨਹੀਂ ਲਿਖਿਆ ਕਿਸੇ ਦੁਨੀਆ ਦੀ ਵੱਡੀਆਂ ਅਖਬਾਰਾਂ ਨੇ, ਅਤੇ ਜੇਕਰ ਕੋਈ ਆਰਟੀਕਲ ਲਿਖਿਆ ਵੀ ਵਾਲ ਸਟਰੀਟ ਨੇ ਤਾਂ ਉਹ ਵੀ ਉਹਨਾਂ ਦੀ ਇੰਟਰਵਿਊ ਲਈ ਉਹਨਾਂ ਨੇ, ਪਰ ਉਹ ਇੰਟਰਵਿਊ ਉਹਨਾਂ ਨੇ ਇੰਟਰਵਿਊ ਦੇ ਫਾਰਮ 'ਚ ਨਹੀਂ ਛਾਪੀ, ਕਿਉਂਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਕੋਈ ਬਹੁਤੇ ਵਧੀਆ ਜਵਾਬ ਨਹੀਂ ਦਿੱਤੇ। ਤੋ ਆਪਣੇ ਆਪ ਨੂੰ ਹੀ ਉਹ ਤਾਰੀਫ ਕਰੀ ਗਿਆ ਆਪਣੀ, ਉਹਨਾਂ ਨੇ ਫਿਰ ਉਹਨਾਂ ਨੂੰ ਕੁਐਸਚਨ ਆਨਸਰ 'ਚ ਛਾਪਣ ਦੀ ਥਾਂ ਉਹਨਾਂ ਨੇ ਆਰਟੀਕਲ ਦੇ ਰੂਪ ਵਿੱਚ ਛਾਪ ਦਿੱਤਾ। ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ, ਅਤੇ ਇਹ ਦੇਸ਼ ਲਈ ਕੱਲ੍ਹ ਦਾ ਦਿਨ ਇੱਕ ਕਾਲਾ ਦਿਨ ਹੈ ਕਿ ਜਿਸ ਦਿਨ ਫੈਡਰਲ ਸਿਸਟਮ ਉੱਪਰ ਬੀਜੇਪੀ ਦੀ ਤਾਨਾ ਸਰਕਾਰ ਨੇ, ਜੋ ਤਾਨਾਸ਼ਾਹੀ ਦੀ ਸਰਕਾਰ ਹੈ, ਉਹਨਾਂ ਨੇ ਇੱਕ ਵੱਡਾ ਹਮਲਾ ਕੀਤਾ। ਉਮੀਦ ਹੈ ਕਿ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਇਸ ਚਰਚਾ ਨੂੰ ਆਪਣੇ ਸੰਬੰਧੀਆਂ ਨਾਲ, ਮਿੱਤਰਾਂ ਨਾਲ ਸ਼ੇਅਰ ਕਰੋਗੇ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਇਸ ਨੂੰ ਪਹੁੰਚਾਓਗੇ। ਜੇਕਰ ਤੁਸੀਂ ਇਸ ਚੈਨਲ ਲਈ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀ ਗੁਜ਼ਾਰਿਸ਼ ਹੈ ਇਸ ਨੂੰ ਸਬਸਕ੍ਰਾਈਬ ਕਰੋ, ਸਾਡਾ ਹੌਸਲਾ ਵਧਾਓ। ਧੰਨਵਾਦ, ਸਤਿ ਸ੍ਰੀ ਅਕਾਲ।